Dear students, so I am Simranjit, your account teacher. So today's lecture is on triple column cash book. So last lecture ਦੇ ਵਿੱਚ ਆਪਾਂ ਡਬਲ ਕਾਲਮ ਕੈਸ਼ ਬੁੱਕ ਦੇ ਬਾਰੇ ਡਿਸਕਸ਼ਨ ਕੀਤੀ ਸੀ। ਸੋ ਅੱਜ ਆਪਣਾ ਟੌਪਿਕ ਹੈਗਾ ਟ੍ਰਿਪਲ ਕਾਲਮ ਕੈਸ਼ ਬੁੱਕ। ਸੋ ਇਹਦੇ ਵਿੱਚ ਬੇਸਿਕਲੀ ਆਪਾਂ ਟ੍ਰਿਪਲ ਕਾਲਮ ਕੈਸ਼ ਬੁੱਕ ਬਾਰੇ ਅੰਡਰਸਟੈਂਡ ਕਰਨਾ, ਦੈਨ ਇੱਕ ਆਪਾਂ ਪ੍ਰੈਕਟੀਕਲ ਕੁਐਸਚਨ ਕਰਾਂਗੇ ਇਹਦੇ ਵਿੱਚ। ਐਂਡ ਇੱਕ ਟੌਪਿਕ ਹੋਰ ਆ ਛੋਟਾ ਜਿਹਾ, ਡੈਟ ਇਜ਼ ਪੈਟੀ ਕੈਸ਼ ਬੁੱਕ। ਉਹਦੇ ਬਾਰੇ ਆਪਾਂ ਥੋੜਾ ਜਿਹਾ ਲਿਟਲ ਬਿਟ ਇਨਫੋਰਮੇਸ਼ਨ ਅੰਡਰਸਟੈਂਡ ਕਰਾਂਗੇ ਕਿ what is petty cash book. So first of all, I'm going to start my lecture with the triple column cash book. So first of all, ਆਪਾਂ ਇਹਦੀ ਮੀਨਿੰਗ ਤੋਂ ਸਟਾਰਟ ਕਰਦੇ ਹਾਂ ਕਿ ਟ੍ਰਿਪਲ ਕਾਲਮ ਕੈਸ਼ ਬੁੱਕ ਕੀ ਆ, ਇਹਦੇ ਵਿੱਚ ਕਿੰਨੇ ਕਾਲਮ ਬੇਸਿਕਲੀ ਆਪਾਂ ਫਰੇਮ ਕਰਦੇ ਹਾਂ ਕੈਸ਼ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਲਈ ਐਂਡ ਬੈਂਕ ਐਜ਼ ਵੈਲ ਐਜ਼ ਡਿਸਕਾਊਂਟ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਲਈ। ਸੋ ਬਿਫੋਰ ਸਟਾਰਟ ਦਾ ਮੀਨਿੰਗ, ਮੈਂ ਇੱਕ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਜਿਹੜਾ ਪੁਆਇੰਟ ਆ ਉਹ ਡਿਸਕਸ਼ਨ ਕਰਨਾ ਚਾਹੁੰਦਾ ਤੁਹਾਡੇ ਨਾਲ, ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੋਸਟਲੀ ਬਿਜ਼ਨਸ ਆ ਉਹ ਆਪਾਂ ਬੈਂਕਸ ਦੀ ਡੀਲਿੰਗ ਦੇ ਨਾਲ ਕਰਦੇ ਹਾਂ। ਦੈਟ ਮੀਨਸ ਕਿ ਆਪਣਾ ਜਿਹੜਾ ਬਿਜ਼ਨਸ ਟ੍ਰਾਂਜੈਕਸ਼ਨਸ ਨੇ ਉਹ ਕੈਸ਼ ਫਾਰਮ ਦੇ ਵਿੱਚ ਘੱਟ ਹੁੰਦੀਆਂ ਨੇ, ਬਟ ਬੈਂਕਿੰਗ ਚੈਨਲ ਦੇ ਥਰੂ ਉਹ ਜ਼ਿਆਦਾ ਹੁੰਦੀਆਂ ਨੇ। ਬੈਂਕਿੰਗ ਚੈਨਲ ਦਾ ਮਤਲਬ ਆ ਚੈਕਸ ਦੇ ਥਰੂ, ਟ੍ਰਾਂਸਫਰਸ ਦੇ ਥਰੂ, ਜਿਵੇਂ ਨਾਓ ਡੇਜ਼ ਯੂ ਕੈਨ ਸੇ ਇੰਟਰਨੈਟ ਬੈਂਕਿੰਗ ਦੇ ਥਰੂ, RTGS ਲਾਈਕ ਆਨਲਾਈਨ ਮਨੀ ਟ੍ਰਾਂਜੈਕਸ਼ਨਸ ਦੇ ਥਰੂ। ਸੋ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਨੇ, ਮੋਰ ਦੈਨ 70% ਟ੍ਰਾਂਜੈਕਸ਼ਨਸ ਜਿਹੜੀਆਂ ਕੰਪਲੀਟ ਹੁੰਦੀਆਂ ਨੇ ਉਹ ਬੈਂਕਿੰਗ ਚੈਨਲ ਦੇ ਥਰੂ ਆਪਾਂ ਕੰਪਲੀਟ ਕਰਦੇ ਹਾਂ, ਕਿਉਂਕਿ ਬੈਂਕਿੰਗ ਚੈਨਲ ਦੇ ਥਰੂ ਕੰਪਲੀਟ ਕਰਨ ਦੇ ਨਾਲ ਇੱਕ ਤਾਂ ਸੇਫਟੀ ਇੰਸ਼ੋਰ ਹੋ ਜਾਂਦੀ ਹੈ। ਸੈਕਿੰਡ ਥਿੰਗ, ਕੈਸ਼ ਜਿਹੜਾ ਆਪਾਂ ਲਾਈਕ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ, ਕਈ ਵਾਰ ਕੈਸ਼ ਨੂੰ ਲਾਈਕ ਫਿਜ਼ੀਕਲੀ ਟ੍ਰਾਂਸਫਰ ਕਰਨਾ ਬਹੁਤ ਟਫ ਹੁੰਦਾ। ਸੋ ਉਸ ਕੇਸ ਦੇ ਵਿੱਚ ਆਪਾਂ ਬੈਂਕਸ ਦੀ ਹੈਲਪ ਲੈਂਦੇ ਹਾਂ ਟ੍ਰਾਂਜੈਕਸ਼ਨ ਨੂੰ ਕੰਪਲੀਟ ਕਰਨ ਦੇ ਲਈ। ਸੋ ਇਸ ਲਈ ਟ੍ਰਿਪਲ ਕਾਲਮ ਕੈਸ਼ ਬੁੱਕ ਬਹੁਤ ਇੰਪੋਰਟੈਂਟ ਇੱਕ ਤਰ੍ਹਾਂ ਦੀ ਕੈਸ਼ ਬੁੱਕ ਆ, ਜਿਹਦੇ ਵਿੱਚ ਬੇਸਿਕਲੀ ਤਿੰਨ ਕਾਲਮ ਬੇਸਿਕ ਹੋਣਗੇ। ਸੋ ਇਹਦੇ ਵਿੱਚ ਕੈਸ਼ ਕਾਲਮ, ਬੈਂਕ ਕਾਲਮ ਐਂਡ ਡਿਸਕਾਊਂਟ ਕਾਲਮ ਮੇਨ ਜਿਹੜੇ ਤਿੰਨ ਕਾਲਮ ਨੇ। ਡਬਲ ਕਾਲਮ ਕੈਸ਼ ਬੁੱਕ ਦੇ ਵਿੱਚ ਕੈਸ਼ ਕਾਲਮ ਐਂਡ ਡਿਸਕਾਊਂਟ ਕਾਲਮ ਸੀਗਾ, ਬਟ ਟ੍ਰਿਪਲ ਕਾਲਮ ਕੈਸ਼ ਬੁੱਕ ਦੇ ਵਿੱਚ ਇੱਕ ਕਾਲਮ ਐਕਸਟਰਾ ਐਡ ਹੋ ਰਿਹਾ ਵਾ, ਡੈਟ ਇਜ਼ ਏ ਬੈਂਕ ਕਾਲਮ। ਸੋ ਸੇਮ ਲਾਈਕ ਕਿ ਜਿੰਨੀਆਂ ਵੀ ਬੈਂਕ ਨਾਲ ਰਿਲੇਟਡ ਟ੍ਰਾਂਜੈਕਸ਼ਨ ਹੋਣਗੀਆਂ, ਚਾਹੇ ਆਪਾਂ ਬੈਂਕ ਆਪਣੇ ਅਕਾਊਂਟ ਦੇ ਵਿੱਚ ਆਪਾਂ ਮਨੀ ਰਿਸੀਵ ਕਰ ਰਹੇ ਹਾਂ, ਚਾਹੇ ਆਪਾਂ ਆਪਣੇ ਬੈਂਕ ਅਕਾਊਂਟ ਦੇ ਵਿੱਚੋਂ ਮਨੀ ਦੀ ਪੇਮੈਂਟ ਕਰ ਰਹੇ ਹਾਂ, ਉਹਦੀ ਆਪਾਂ ਰਿਕਾਰਡਿੰਗ ਟ੍ਰਿਪਲ ਕਾਲਮ ਕੈਸ਼ ਬੁੱਕ ਦੇ ਵਿੱਚ ਕਰਾਂਗੇ। ਠੀਕ ਆ। ਸੋ ਤਿੰਨ ਕਾਲਮਸ ਨੇ ਇਹਦੇ, ਡੈਬਿਟ ਸਾਈਡ ਵੀ ਤਿੰਨ ਕਾਲਮ ਨੇ ਐਂਡ ਕ੍ਰੈਡਿਟ ਸਾਈਡ ਵੀ ਤਿੰਨ ਕਾਲਮ ਨੇ। ਡੈਬਿਟ ਸਾਈਡ ਦੇ ਵਿੱਚ ਤਿੰਨ ਕਾਲਮ ਸੇਮ, cash column, bank column and discount column, same like credit side, bank column, cash book and discount column। ਅਗਰ ਆਪਾਂ ਇਹਦੇ ਡੈਬਿਟ ਸਾਈਡ ਦੀ ਗੱਲ ਕਰੀਏ, ਸੋ ਡੈਬਿਟ ਸਾਈਡ ਨੂੰ ਆਪਾਂ ਰਸੀਟ ਸਾਈਡ ਕਵਾਂਗੇ ਐਂਡ ਟ੍ਰਿਪਲ ਕਾਲਮ ਕੈਸ਼ ਬੁੱਕ ਦੇ ਵਿੱਚ ਜਿਹੜੀ ਡੈਬਿਟ ਸਾਈਡ ਆ, ਇਟ ਇਜ਼ ਯੂਜ਼ ਫॉर ਰਿਕਾਰਡਿੰਗ ਆਲ ਰਸੀਟਸ। ਮੀਨਸ ਕਿ ਚਾਹੇ ਉਹ ਕੈਸ਼ ਦੀ ਫਾਰਮ 'ਚ ਪੈਸਾ ਆਪਾਂ ਰਿਸੀਵ ਕੀਤਾ ਵਾ, ਚਾਹੇ ਉਹ ਚੈੱਕ ਦੇ ਥਰੂ ਆਪਾਂ ਕੋਈ ਚੈੱਕ ਰਿਸੀਵ ਕੀਤਾ, ਡੈਟ ਮੀਨਸ ਕਿ ਉਹ ਆਪਾਂ ਬੈਂਕ ਦੇ ਵਿੱਚ ਪੈਸਾ ਰਿਸੀਵ ਕੀਤਾ। ਐਂਡ ਅਗਰ ਆਪਾਂ ਕੋਈ ਡਿਸਕਾਊਂਟ ਅਲਾਉ ਕੀਤਾ ਆਪਣੇ ਡੈਟਰਸ ਨੂੰ ਪੈਸੇ ਦੀ ਰਿਸੀਵਿੰਗ ਕਰਨ ਦੇ ਟਾਈਮ, ਅਗਰ ਆਪਾਂ ਕੋਈ ਡਿਸਕਾਊਂਟ ਅਲਾਉ ਕਰ ਰਹੇ ਹਾਂ, ਇਹ ਤਿੰਨ ਚੀਜ਼ਾਂ ਆਪਾਂ ਟ੍ਰਿਪਲ ਕਾਲਮ ਕੈਸ਼ ਬੁੱਕ ਦੀ ਡੈਬਿਟ ਸਾਈਡ ਦੇ ਉੱਤੇ ਰਿਕਾਰਡ ਕਰਾਂਗੇ। ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਰਿਹਾ ਕਿ ਟ੍ਰਿਪਲ ਕਾਲਮ ਕੈਸ਼ ਬੁੱਕ ਦੀ ਡੈਬਿਟ ਸਾਈਡ ਦੇ ਉੱਤੇ ਕੈਸ਼ ਰਸੀਟ, check receipt and discount allowed to our debtors while receiving the payment। same like ਅਗਰ ਆਪਾਂ ਕ੍ਰੈਡਿਟ ਸਾਈਡ ਦੀ ਗੱਲ ਕਰੀਏ, ਸੋ ਕ੍ਰੈਡਿਟ ਸਾਈਡ ਦੇ ਵਿੱਚ ਵੀ ਤਿੰਨ ਕਾਲਮ ਨੇ, ਬਟ ਕ੍ਰੈਡਿਟ ਸਾਈਡ ਯੂਜ਼ ਹੁੰਦੀ ਆ ਪੇਮੈਂਟਸ ਕਰਨ ਦੇ ਲਈ। ਸੋ ਟ੍ਰਿਪਲ ਕਾਲਮ ਕੈਸ਼ ਬੁੱਕ ਦੇ ਵਿੱਚ ਜਿਹੜਾ ਕ੍ਰੈਡਿਟ ਸਾਈਡ ਦੀ ਯੂਜ਼ਸ ਆ ਇਜ਼ ਫॉर ਕੈਸ਼ ਪੇਮੈਂਟ, ਚੈੱਕ ਪੇਮੈਂਟਸ ਐਂਡ for discount received or availed by us from creditors while making payment to them। ਅਗਰ ਆਪਾਂ ਆਪਣੇ ਕ੍ਰੈਡੀਟਰਸ ਨੂੰ ਕੋਈ ਪੇਮੈਂਟ ਕਰ ਰਹੇ ਹਾਂ, ਉਹ ਆਪਾਂ ਨੂੰ ਅਗਰ ਕੋਈ ਡਿਸਕਾਊਂਟ ਅਲਾਉ ਕਰ ਰਹੇ ਨੇ, ਆਪਾਂ ਡਿਸਕਾਊਂਟ ਰਿਸੀਵ ਕਰ ਰਹੇ ਹਾਂ, ਸੋ ਉਸ ਕੇਸ ਦੇ ਵਿੱਚ ਡਿਸਕਾਊਂਟ ਰਿਸੀਵਡ ਆਪਾਂ ਟ੍ਰਿਪਲ ਕਾਲਮ ਕੈਸ਼ ਬੁੱਕ ਦੀ ਕ੍ਰੈਡਿਟ ਸਾਈਡ ਦੇ ਉੱਤੇ ਉਹਦੀ ਆਪਾਂ ਰਿਕਾਰਡਿੰਗ ਕਰਨੀ ਆ। ਓਕੇ, ਸੋ ਆਈ ਹੋਪ ਕਿ ਤੁਹਾਨੂੰ ਇਹਦਾ ਮੀਨਿੰਗ ਕਲੀਅਰ ਸਮਝ ਆ ਹੋ ਗਿਆ ਹੋਗਾ ਕਿ ਤਿੰਨ ਬੇਸਿਕ ਕਾਲਮ ਨੇ, ਡੈਬਿਟ ਸਾਈਡ ਤੇ ਵੀ ਤਿੰਨ ਕਾਲਮ ਨੇ, ਕ੍ਰੈਡਿਟ ਸਾਈਡ ਤੇ ਵੀ ਤਿੰਨ ਕਾਲਮ ਨੇ। ਡੈਬਿਟ ਸਾਈਡ ਯੂਜ਼ ਹੋਊਗੀ ਕੈਸ਼ ਰਿਸੀਵ ਦੇ ਲਈ, ਚੈੱਕ ਰਿਸੀਵ ਦੇ ਲਈ ਐਂਡ ਡਿਸਕਾਊਂਟ ਅਲਾਉ ਦੇ ਲਈ। ਕ੍ਰੈਡਿਟ ਸਾਈਡ ਰਿਸੀਵ ਯੂਜ਼ ਹੋਊਗੀ
कैश पेमेंट्स दे लई, चैक पेमेंट्स दे लई एंड डिस्काउंट रिसीव दे लई। ओके सो नाउ ਜਦੋਂ ਆਪਾਂ ਟ੍ਰਿਪਲ ਕਾਲਮ ਕੈਸ਼ ਬੁੱਕ ਦੀ ਗੱਲ ਕਰਦੇ ਆ ਸੋ ਇਹਦੇ ਵਿੱਚ ਯੂਜ਼ਲੀ ਇੱਕ ਮੋਸਟ ਪ੍ਰੋਬੇਬਲੀ ਜਿਹੜੀ ਜਰਨਲ ਐਂਟਰੀ ਤੁਸੀਂ ਜਾਂ ਟ੍ਰਾਂਜੈਕਸ਼ਨ ਤੁਸੀਂ ਫੇਸ ਕਰੋਗੇ ਇਜ਼ ਕੰਟਰਾ ਐਂਟਰੀ। ਸੋ ਪਹਿਲਾਂ ਆਪਾਂ ਇਹਦੀ ਅੰਡਰਸਟੈਂਡਿੰਗ ਕਰ ਲੈਣੇ ਕਿ ਵਾਟ ਇਜ਼ ਕੰਟਰਾ ਐਂਟਰੀ। ਸੋ ਕੰਟਰਾ ਐਂਟਰੀ ਦਾ ਮਤਲਬ ਆ ਕਿ ਜਦ ਤੁਸੀਂ ਲਾਈਕ ਕੈਸ਼ ਐਂਡ ਬੈਂਕ ਦੀ ਟ੍ਰਾਂਜੈਕਸ਼ਨ ਸਾਈਮਲਟੇਨੀਅਸਲੀ ਕਰ ਰਹੇ ਹੋ, ਠੀਕ ਆ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਆਪਾਂ ਕੈਸ਼ ਟ੍ਰਾਂਸਫਰ ਕੀਤਾ ਬੈਂਕ ਦੇ ਵਿੱਚ, ਆਪਾਂ ਆਪਣਾ ਕੈਸ਼ ਡਿਪੋਜ਼ਿਟ ਕੀਤਾ, ਆਪਾਂ ਆਪਣੇ ਬੈਂਕ ਅਕਾਊਂਟ ਦੇ ਵਿੱਚ ਕੈਸ਼ ਦੀ ਡਿਪੋਜ਼ਿਟ ਕਰ ਰਹੇ ਹਾਂ। ਸੋ ਕੈਸ਼ ਤਾਂ ਤੁਹਾਡੇ ਹੈਂਡ ਚੋਂ ਜਾ ਰਿਹਾ ਵਾ ਬਟ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਉਹਦੀ ਰਿਸੀਵਿੰਗ ਹੋ ਰਹੀ ਆ। ਸੋ ਇਟਸ ਕਾਲਡ ਕੰਟਰਾ ਐਂਟਰੀ। ਸੇਮ ਲਾਈਕ ਤੁਸੀਂ ਵਿਡਰਾਅ ਕਰ ਰਹੇ ਹੋ ਆਪਣੇ ਅਕਾਊਂਟ ਦੇ ਵਿੱਚ, ਸੋ ਬੈਂਕ ਅਕਾਊਂਟ ਦੇ ਵਿੱਚ ਤਾਂ ਉਹਦੀ ਵਿਡਰਾਵਲ ਹੋ ਰਹੀ ਆ, ਬੈਂਕ ਅਕਾਊਂਟ ਦੇ ਵਿੱਚੋਂ ਜਿਹੜੀ ਅਮਾਊਂਟ ਆ ਰਿਡਿਊਸ ਹੋ ਰਹੀ ਆ ਬਟ ਐਕਚੁਅਲੀ ਤੁਹਾਡੇ ਕੋਲ ਕੈਸ਼ ਰਿਸੀਵ ਹੋ ਰਿਹਾ ਵਾ। ਸੋ ਇਹ ਵੀ ਕੀ ਹੈ, ਇੱਕ ਕਾਊਂਟਰ ਐਂਟਰੀ ਆ। ਸੋ ਕਾਊਂਟਰ ਐਂਟਰੀ ਦਾ ਮਤਲਬ ਹੈ ਕਿ ਜਦ ਆਪਾਂ ਆਪਣੇ ਅਕਾਊਂਟ ਦੇ ਵਿੱਚੋਂ ਜਾਂ ਤਾਂ ਆਪਣੇ ਅਕਾਊਂਟ ਦੇ ਵਿੱਚੋਂ ਵਿਡਰਾਅ ਕਰਦੇ ਆ ਐਂਡ ਆਪਾਂ ਆਪਣੇ ਅਕਾਊਂਟ ਦੇ ਵਿੱਚੋਂ ਜਾਂ ਕੋਈ ਡਿਪੋਜ਼ਿਟ ਕਰਦੇ ਆ, ਠੀਕ ਆ। ਆਪਾਂ ਯੂਜ਼ਲੀ ਆਫਿਸ ਪਰਪਸ ਲਈ ਜੋ ਚੀਜ਼ ਇਦਾਂ ਯੂਜ਼ ਕਰਦੇ ਆ ਇਟਸ ਕਾਲਡ ਕਾਊਂਟਰ ਐਂਟਰੀ, ਠੀਕ ਆ। ਸੋ ਕਾਊਂਟਰ ਐਂਟਰੀ ਨੂੰ ਆਪਾਂ ਇੰਡੀਕੇਟ ਕਰਨਾ ਲੈਜ਼ਰ ਫੋਲੀਓ ਜਿਹੜਾ ਆਪਣਾ ਕਾਲਮ ਹੋਊਗਾ ਉਹਦੇ ਵਿੱਚ ਸੀ ਵਰਡ ਯੂਜ਼ ਕਰਨਾ ਐਂਟਰੀ ਦੇ ਬਿਲਕੁਲ ਅਗੇਂਸਟ, ਸੋ ਡੈਟ ਕਿ ਆਪਾਂ ਨੂੰ ਪਤਾ ਲੱਗ ਜਾਵੇ ਕਿ ਦਿਸ ਐਂਟਰੀ ਇਜ਼ ਅ ਕਾਊਂਟਰ ਐਂਟਰੀ, ਠੀਕ ਆ। ਉਹ ਡਿਪੋਜ਼ਿਟ ਦੀ ਵੀ ਹੋ ਸਕਦੀ ਹੈ ਐਂਡ ਵਿਡਰਾਵਲ ਦੀ ਵੀ ਹੋ ਸਕਦੀ ਹੈ। ਨੈਕਸਟ ਨਾਓ ਫਾਰਮੈਟ ਦੀ ਗੱਲ ਕਰ ਲੈਂਦੇ ਹਾਂ। ਸੋ ਟ੍ਰਿਪਲ ਕਾਲਮ ਕੈਸ਼ ਬੁੱਕ ਦਾ ਫਾਰਮੈਟ ਬਹੁਤ ਈਜ਼ੀ ਫਾਰਮੈਟ ਆ। अगर आप देखिए दी डेबिट साइड ते डेट, particulars, ledger folio, discount column, cash and bank. So cash received, check received and discount allowed. Credit side ਦੇ ਉੱਤੇ date, particulars, payments ਦੇ ਲਈ, ledger folio, discount received, cash paid and check paid. So ਇਹ ਤਿੰਨ columns ਨੇ debit side ਦੇ ਉੱਤੇ and ਤਿੰਨ columns ਨੇ credit side ਦੇ ਉੱਤੇ। ਇਹ ਆਪਾਂ ਡੇਟ ਵਾਈਜ਼ ਐਂਟਰੀ ਪਾਉਣੀ ਆ ਇੱਕ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ, ਜਿਵੇਂ ਜਿਵੇਂ ਐਂਟਰੀਜ਼ ਡੇਟ ਵਾਈਜ਼ ਹੈਪਨ ਹੋ ਰਹੀਆਂ ਨੇ, ਟ੍ਰਾਂਜੈਕਸ਼ਨ ਹੈਪਨ ਹੋ ਰਹੀਆਂ ਨੇ, ਉਵੇਂ ਆਪਾਂ ਉਹਨਾਂ ਦੀ ਰਿਕਾਰਡਿੰਗ ਕਰਨੀ। ਓਕੇ ਸੋ ਨਾਮ ਆਪਾਂ ਇੱਕ ਕੁਐਸਚਨ ਦੇਖ ਲੈਂਦੇ ਆ, ਬਹੁਤ ਹੀ ਇੰਪੋਰਟੈਂਟ ਕੁਐਸਚਨ ਆ। ਇਹਨੂੰ ਆਪਾਂ ਅੰਡਰਸਟੈਂਡ ਕਰਦੇ ਆ, ਇਹਦੀਆਂ ਐਂਟਰੀਜ਼ ਪਾ ਕੇ ਦੇਖ ਲੈਂਦੇ ਆ ਥੋੜੀਆਂ ਜਿਹੀਆਂ, ਨਾਟ ਫੁੱਲੀ ਕੁਐਸਚਨ ਆ ਬਟ ਥੋੜੀ ਜਿਹੀ ਐਂਟਰੀਜ਼ ਆਪਾਂ ਪਾ ਕੇ ਦੇਖ ਲੈਂਦੇ ਆ। ਜਿਵੇਂ ਫਸਟ ਐਂਟਰੀ ਆਪਾਂ ਅਗਰ ਗੱਲ ਕਰੀਏ ਸੋ ਜਨਵਰੀ 1 ਨੂੰ ਕੈਸ਼ ਇਨ ਹੈਂਡ, ਸੋ ਇਹ ਆਪਣਾ ਡੈਬਿਟ ਬੈਲੈਂਸ ਸਟਾਰਟ ਹੋਊਗਾ। ट्रिपल कॉलम कैश बुक की डेबिट साइड के उत्ते आपां टू बैलेंस ब्रॉट डाउन करके कैश कॉलम दे विच 50,000 की रिकॉर्डिंग करांगे। सो कैश इन हैंड 50,000, सो दी आपां एंट्री देख लेने हैं। तो यदि एंट्री देखो 1 जनवरी टू बैलेंस ब्रॉट डाउन कैश रिसीविंग वाली एंट्री है क्योंकि अपने ऑलरेडी इन हैंड है, सो कैश के कॉलम के विच आपां 50,000 की एंट्री पा दी। सैकेंड अगर आपां गल करिए पेड इनटू बैंक 10,000 आपां बैंक ਦੇ ਵਿੱਚ ਪੇਮੈਂਟ ਕੀਤੀ, ਮੀਨਸ ਬੈਂਕ ਦੇ ਵਿੱਚ ਆਪਾਂ ਡਿਪੋਜ਼ਿਟ ਕੀਤਾ। ਸੋ ਦਿਸ ਇਜ਼ ਅ ਕਾਊਂਟਰ ਐਂਟਰੀ ਕਿਉਂਕਿ ਕੈਸ਼ ਤੁਹਾਡੇ ਕੋਲ ਜਾ ਰਿਹਾ ਵਾ ਬਟ ਸਾਈਮਲਟੇਨੀਅਸਲੀ ਤੁਹਾਡਾ ਬੈਂਕ ਅਕਾਊਂਟ ਇਨਕਰੀਜ਼ ਹੋ ਰਿਹਾ ਬਾय ਡਿਪੋਜ਼ਿਟਿੰਗ 10,000। ਸੋ ਆਪਾਂ ਦੇਖਣਾ ਵਾ ਕਿ ਹੁਣ ਆਪਾਂ ਡੈਬਿਟ ਸਾਈਡ ਤੇ ਵੀ ਐਂਟਰੀ ਪਾਉਣੀ ਆ ਐਂਡ ਕ੍ਰੈਡਿਟ ਸਾਈਡ ਤੇ ਵੀ ਐਂਟਰੀ ਪਾਉਣੀ ਆ। ਇੱਕੋ ਐਂਟਰੀ ਨੂੰ ਦੋਨੇ ਸਾਈਡ ਤੇ ਪਾਉਣਾ ਬਿਕੋਜ਼ ਇੱਕ ਪਾਸੇ ਤੁਹਾਡੇ ਕੋਲ ਕੈਸ਼ ਜਾ ਰਿਹਾ ਵਾ, ਡੈਟ ਮੀਨਸ ਤੁਸੀਂ ਕੈਸ਼ ਦੀ ਪੇਮੈਂਟ ਕਰ ਰਹੇ ਹੋ, ठीक है। डिपॉजिट मतलब एक तरह की पेमेंट है एंड दूसरी साइड के उत्ते बैंक के विच वो चीज़ आ रही है, मीनस बैंक को वो चीज़ रिसीव हो रही है। सो यदि काउंटर एंट्री ध्यान नाल देखियो जनवरी 2 पेड इनटू बैंक। सो सब तो पहला आप क्रेडिट साइड की एंट्री देख लें, जिमें बाय बैंक आप कैश की पेमेंट कर रहे हैं, बाय बैंक अकाउंट लिख के आप अपने अकाउंट के आ देखो सी वर्ड यूज़ किया है बाय बैंक, कैश के विच अपनी पेमेंट हो रही है, सीका डिपॉजिट हो रहा है बैंक अकाउंट ਦੇ ਵਿੱਚ। ਸੋ 10,000 ਆਪਾਂ ਇਹਨੂੰ ਆਪਾਂ ਐਜ਼ ਅ ਪੇਮੈਂਟ ਕੰਸੀਡਰ ਕਰਾਂਗੇ। ਸੇਮ ਐਂਟਰੀ ਹੁਣ ਦੇਖੋ ਜਨਵਰੀ 2 ਨੂੰ ਟੂ ਕੈਸ਼ ਕਿਉਂਕਿ ਬੈਂਕ ਇਹਨੂੰ ਰਿਸੀਵ ਕਰ ਰਿਹਾ, ਸੋ ਟੂ ਕੈਸ਼ ਰਿਸੀਵ ਕਰ ਰਿਹਾ ਟੂ ਕੈਸ਼ ਅਕਾਊਂਟ, ਸੀ ਕਾਊਂਟਰ ਐਂਟਰੀ ਦਾ ਸਿੰਬਲ ਯੂਜ਼ ਕੀਤਾ ਹੋਇਆ 10,000 ਆਪਾਂ ਐਂਟਰੀ ਪਾਤੀ। ਸੋ ਦਿਸ ਇਜ਼ ਕਾਲਡ ਕਾਊਂਟਰ ਐਂਟਰੀ। ਇੱਕ ਪਾਸੇ ਕੈਸ਼ ਜਾ ਰਿਹਾ ਵਾ, ਦੂਸਰੇ ਪਾਸੇ ਬੈਂਕ ਅਕਾਊਂਟ ਦੇ ਵਿੱਚ ਉਹਦੀ ਰਿਸੀਵਿੰਗ ਹੋ ਰਹੀ ਆ। थर्ड अगर आप देखिए ब्रॉड गुड्स फ्रॉम हरी फॉर रुपीज 200 फॉर कैश की फॉर्म के आप गुड्स परचेज की हरी तो, सो आप पेमेंट की है, सो ऑब्वियस है क्रेडिट साइड पर जाऊगी। सो बाय हरीज अकाउंट लिख के इनू आप कैश अकाउंट के पेमेंट करनी है या बाय परचेज अकाउंट लिख के, ठीक है। सो 200 परचेज अकाउंट ही आऊगा बेसिकली क्योंकि कैश रिसीव कर रहे हैं, हरी साडा क्रेडिटर नहीं है जे आप नहीं करने होंगे कैश, सो ये एंट्री नहीं होनी सी बट इतने बाय परचेज अकाउंट लिख के 200 पा रहे, ठीक है।
नैक्सट अगर आप गल करिए ब्रॉड गुड्स फॉर 2000 पेड बाय चैक फॉर दैम डिस्काउंट अलाउड 1%। ਆਪਾਂ ਕੋਈ ਗੁੱਡਸ ਪਰਚੇਸ ਕੀਤੀਆਂ 2000 ਦੀਆਂ ਉਹਨੂੰ ਚੈੱਕ ਪੇ ਕੀਤਾ ਸੀ 2000 ਦਾ ਐਂਡ ਉਹਨੇ ਆਪਾਂ ਨੂੰ ਡਿਸਕਾਊਂਟ ਅਲਾਉ ਕਰਤਾ 1%। ਸੋ ਇਹ ਵੀ ਆਪਾਂ ਕ੍ਰੈਡਿਟ ਸਾਈਡ ਪੇਮੈਂਟ ਕਰਾਂਗੇ ਬਟ ਆਪਾਂ ਇੱਥੇ ਡਿਸਕਾਊਂਟ ਰਿਸੀਵ ਕੀਤਾ ਵਾ। ਸੋ 2000 ਦਾ 1% ਇਜ਼ ਕਾਲਡ ਯੂ ਕੈਨ ਸੇ 20 ਰੁਪੀਸ। ਸੋ 20 ਰੁਪੀਸ ਆਪਾਂ ਨੂੰ ਡਿਸਕਾਊਂਟ ਰਿਸੀਵ ਹੋਇਆ। ਸੋ ਇਹ ਆਪਾਂ ਦੇਖ ਲਾਂਗੇ ਬਾਈ ਪਰਚੇज 20 ਰੁਪੀਸ ਡਿਸਕਾਊਂਟ ਰਿਸੀਵਡ 1980 ਦੀ ਆਪਾਂ ਪੇਮੈਂਟ ਕੀਤੀ। ਠੀਕ ਆ। ਸੋ ਇਸੇ ਤਰ੍ਹਾਂ ਜਿੰਨੀ ਵੀ ਐਂਟਰੀਜ਼ ਨੇ ਜਿਵੇਂ ਫॉर एग्जांपल सोल्ड गुड्स टू मोहन फॉर कैश रिसीविंग होगी ਇੱਥੇ 250 ਦੀ। तो देख ਲੈਂਦੇ ਆ ਆਪਾਂ 250 ਇੱਥੇ ਆਪਾਂ ਰਿਸੀਵ ਕਰਾਂਗੇ टू सेल्स 250 कैश ਦੀ ਰਿਸੀਵਿੰਗ। ओके then received a check from Sham Mr. Sham to whom goods were sold for 800 discount allowed 12.5। ਹੁਣ ਆਪਾਂ ਚੈੱਕ ਰਿਸੀਵ ਕੀਤਾ ਤੇ ਡਿਸਕਾਊਂਟ ਅਲਾਉ ਕੀਤਾ। ਸੋ 800 ਤੇ 12% 12.5% ਡਿਸਕਾਊਂਟ ਅਲਾਉ ਕਰਤਾ। तो आ देखो ठीक है। सो लाइक हाँ जी आ देखो 800 ਦੇ 12% 700 रुपये एक्चुअली रिसीविंग की एंड 100 रुपये डिस्काउंट अलाउ करता तो आप एंट्री पाई हुई है। सो इस तरह जी एंट्रीज ने बहुत ईजी एंट्रीज ने। अगर कोई भी थोनों कोई प्रॉब्लम आती है दैन तुम मैं पूछ सकते हो। एक एंट्री आप जरूर देख लें वेरी वेरी इंपॉर्टेंट। जनवरी 9 ਨੂੰ बैंक नोटिफाइड that Sham's check has been returned dishonored and debited to the account in respect of charges 10%। ਆਪਾਂ ਨੂੰ ਸ਼ਾਮ ਨੇ ਕੋਈ ਆ ਦੇਖੋ ਚੈੱਕ ਰਿਸੀਵ ਕੀਤਾ। ਚੈੱਕ ਆਪਾਂ ਜਿਹੜਾ ਰਿਸੀਵ ਕੀਤਾ ਸੀ ਸ਼ਾਮ ਤੋਂ ਜਿਹੜੀ ਆਪਾਂ ਨੂੰ ਗੁੱਡਸ ਸੋਲਡ ਕੀਤੀਆਂ ਸੀ 700 ਰੁਪਏ ਦਾ ਚੈੱਕ ਆਪਾਂ ਨੂੰ 800 ਰੁਪਏ ਦਾ ਚੈੱਕ ਸੀਗਾ ਉਹਨੂੰ ਆਪਾਂ ਡਿਸਕਾਊਂਟ ਅਲਾਉ ਕੀਤਾ ਸੀ 12.5। ਆਪਾਂ ਨੂੰ ਬੈਂਕ ਨੇ ਨੋਟੀਫਾਈ ਕੀਤਾ ਕਿ ਜਿਹੜਾ ਸ਼ਾਮ ਦਾ ਚੈੱਕ ਸੀਗਾ ਇਹ ਜਿਹੜਾ ਆਪਾਂ ਨੂੰ 800 ਰੁਪਏ ਦਾ ਰਿਸੀਵ ਕੀਤਾ ਉਹ ਡਿਸਆਨਰ ਹੋ ਗਿਆ। ਲਾਈਕ ਕਿਸੇ ਰੀਜ਼ਨ ਕਰਕੇ ਉਹ ਜਿਹੜਾ ਚੈੱਕ ਆ ਕਲੀਅਰੈਂਸ ਨਹੀਂ ਹੋ ਸਕਦਾ। ਹੁਣ ਬੈਂਕ ਨੇ ਡੈਬਿਟ ਕਰਤਾ ਉਹਦੇ ਅਕਾਊਂਟ ਨੂੰ। ਮਤਲਬ ਕਿ ਆਪਣੇ ਕੋਲ ਹੁਣ ਪ੍ਰੋਬਲਮ ਕੀ ਆਈ ਆ ਕਿ ਆਪਾਂ ਜਿਹੜੀ ਚੀਜ਼ ਅਜ਼ਿਊਮ ਕੀਤੀ ਸੀ ਕਿ ਆਪਾਂ ਨੂੰ ਡੇਟ ਜਿਹੜਾ 6 ਜਨਵਰੀ ਨੂੰ ਜਿਹੜਾ ਚੈੱਕ ਆਪਾਂ ਅਜ਼ਿਊਮ ਕਰ ਰਹੇ ਸੀ ਕਿ ਬੈਂਕ ਦੇ ਵਿੱਚ ਉਹਦੀ ਰਿਸੀਵਿੰਗ ਹੋ ਗਈ ਹੈ 700 ਰੁਪਏ 100 ਰੁਪਇਆ। ਉਹ ਹੁਣ ਆਪਾਂ 9th ਨੂੰ ਦੇਖਾਂਗੇ ਕਿ ਉਹ ਐਕਚੁਅਲੀ ਰਿਸੀਵਿੰਗ ਨਹੀਂ ਹੋਈ ਉਹ ਬੈਂਕ ਨੇ ਡਿਸਆਨਰ ਕਰਤਾ ਚੈੱਕ ਨੂੰ। ਸੋ ਆਪਾਂ ਜਿਹੜੀ ਆ ਰਿਸੀਵਿੰਗ ਦੀ ਗੱਲ ਕਰ ਰਹੇ ਸੀ ਡਿਸਕਾਊਂਟ ਅਲਾਉ ਕੀਤਾ ਸੀ ਉਹ ਵੀ ਵਾਪਸ ਹੋ ਜਾਣਾ ਐਂਡ ਜਿਹੜਾ ਚੈੱਕ ਰਿਸੀਵ ਕੀਤਾ ਸੀ ਉਹ ਵੀ ਆਪਾਂ ਹੁਣ ਰਿਵਰਸ ਐਂਟਰੀ ਪਾਵਾਂਗੇ ਕਿਉਂਕਿ ਦੇਖੋ 9th ਚਾਰजेस ਪਾਏ ਹੋਏ ਨੇ। ਇੱਕ ਤਾਂ ਬੈਂਕ ਆਪਾਂ ਜਿਹੜਾ ਸ਼ਾਮ ਦਾ ਚੈੱਕ ਸੀਗਾ ਉਹ ਰਿਟਰਨ ਕਰ ਰਹੇ ਹਾਂ ਕਿਉਂਕਿ ਬੈਂਕ ਚੈੱਕ ਹੁਣ ਰਿਟਰਨ ਹੋ ਰਿਹਾ ਮਤਲਬ ਪੇਡ ਹੋ ਰਿਹਾ। ਸੇਮ ਜਿਹੜਾ ਡਿਸਕਾਊਂਟ ਅਲਾਉ ਕੀਤਾ ਸੀ ਉਹ ਆਪਾਂ ਨੂੰ ਰਿਸੀਵ ਹੋ ਜਾਊਗਾ ਐਂਡ ਸੇਮ ਲਾਈਕ ਜਿਹੜਾ ਬੈਂਕ ਨੇ ਹੁਣ ਚਾਰजेस ਵੀ ਲਗਾ ਦਿੱਤਾ 10 ਰੁਪਏ ਉਹ ਵੀ ਆਪਾਂ ਨੂੰ ਪੇ ਕਰਨੇ ਪੈਣੇ। ਸੋ ਬੈਂਕ ਦੇ ਅਕਾਊਂਟ ਦੇ ਵਿੱਚ ਉਹਦੇ ਚਾਰजेस ਲਵਾਂਗੇ। ਠੀਕ ਆ। ਸੋ ਇਹ ਐਂਟਰੀ ਤਾਂ ਪਾਈਏ ਕਿਉਂਕਿ ਆਪਣਾ ਜਿਹੜਾ ਚੈੱਕ ਆਊਟ ਡਿਸਆਨਰ ਹੋ ਗਿਆ ਸ਼ਾਮ ਦਾ ਚੈੱਕ ਡਿਸਆਨਰ ਹੋ ਗਿਆ ਜਿਹੜਾ ਪਹਿਲਾਂ ਰਿਸੀਵ ਅਜ਼ਿਊਮ ਕਰ ਰਹੇ ਸੀ ਆਪਾਂ ਐਂਡ ਡਿਸਕਾਊਂਟ ਅਲਾਉ ਅਜ਼ਿਊਮ ਕੀਤਾ ਹੋਇਆ ਸੀ ਉਹੀ ਆਪਾਂ ਹੁਣ ਜਿਹੜਾ ਚੈੱਕ ਆ ਉਹ ਲਾਈਕ ਰਿਟਰਨਡ ਹੋ ਗਿਆ ਬੈਂਕ ਨੇ ਆਪਾਂ ਨੂੰ ਵਾਪਸ ਭੇਜਤਾ। ਸੋ ਆਪਾਂ ਬੈਂਕ ਚੋਂ ਅਮਾਊਂਟ ਘਟਾਉਣੀ ਆ ਐਂਡ ਜਿਹੜਾ ਡਿਸਕਾਊਂਟ ਅਲਾਉ ਕੀਤਾ ਸੀ ਉਹ ਆਪਾਂ ਰਿਸੀਵ ਕਰ ਲੈਣ ਬੈਂਕ ਦੇ ਚਾਰजेस ਆਪਾਂ ਨੂੰ ਪੇ ਕਰਨੇ ਹੀ। ਠੀਕ ਆ। ਸੋ ਇਹ ਇੱਕ ਇੰਪੋਰਟੈਂਟ ਐਂਟਰੀ ਸੀਗੀ। ਸੋ ਬਾਕੀ ਐਂਟਰੀਜ਼ ਬਹੁਤ ਈਜ਼ੀ ਨੇ। ਇੱਦਾਂ ਦਾ ਕੋਈ ਵੀ ਕੁਐਸਚਨ ਅਗਰ ਤੁਸੀਂ ਨੈੱਟ ਤੋਂ ਕਰ ਸਕਦੇ ਹੋ ਨੈੱਟ ਤੋਂ ਕਰਕੇ ਦੇਖੋ। ਅਗਰ ਕੋਈ ਤੁਹਾਡੇ ਕੋਲ +2 ਦੀ ਬੁੱਕ ਆ ਅਗਰ ਉਹਦੇ ਵਿੱਚ ਇਹ ਕੁਐਸਚਨਸ ਹੈਗੇ ਨੇ ਤਾਂ ਜ਼ਰੂਰ ਕਰਕੇ ਦੇਖੋ। ਇਫ ਯੂ ਹੈਵ ਐਨੀ ਡਾਊਟ ਯੂ ਕੈਨ ਆਸਕ ਮੀ ਐਟ ਐਨੀ ਟਾਈਮ। ਠੀਕ ਆ। ਸੋ ਇਹ ਤੁਹਾਡਾ ਹੁਣ ਰਾਈਟ ਆ ਕਿ ਇਹਨੂੰ ਤੁਸੀਂ ਕਰਨਾ ਆ ਹੋਮਵਰਕ ਸਮਝ ਲਓ ਬਟ ਇਹ ਕਰਨਾ ਤੁਹਾਡੀ ਰਿਸਪੋਂਸੀਬਿਲਿਟੀ ਹੈ। ਫਿਰ ਤੁਸੀਂ ਅਗਰ ਕੋਈ ਟ੍ਰਾਂਜੈਕਸ਼ਨ ਸਮਝ ਨਹੀਂ ਆਉਂਦੀ ਦੈਨ ਯੂ ਕੈਨ ਆਸਕ। ਇਸ ਤੋਂ ਬਾਅਦ ਆਪਾਂ ਇੱਕ ਹੋਰ ਚੀਜ਼ ਕਰ ਲੈਂਦੇ ਹਾਂ ਬਹੁਤ ਛੋਟਾ ਜਿਹਾ ਟੌਪਿਕ ਆ ਡੈਟ ਇਜ਼ ਅ ਪੈਟੀ ਕੈਸ਼ ਬੁੱਕ। ਠੀਕ ਆ। ਸੋ ਪੈਟੀ ਕੈਸ਼ ਬੁੱਕ ਕੀ ਆ ਇਹ ਵੀ ਇੱਕ ਤਰ੍ਹਾਂ ਦੀ ਸਬਸਿਡਰੀ ਬੁੱਕ ਆ। ਸੋ ਪੈਟੀ ਕੈਸ਼ ਬੁੱਕ ਫਸਟ ਆਫ ਆਲ ਇਹਦੀ ਇੰਟਰੋਡਕਸ਼ਨ ਆਪਾਂ ਨੂੰ ਕਰਨੀ ਪੈਣੀ ਹੈ ਕਿ ਪੈਟੀ ਕੈਸ਼ ਬੁੱਕ ਕਿਉਂ ਆਪਾਂ ਮੇਨਟੇਨ ਕਰਦੇ ਹਾਂ। ਸੋ ਪੈਟੀ ਦਾ ਮਤਲਬ ਹੁੰਦਾ ਕਿ ਲਾਈਕ ਬਹੁਤ ਛੋਟੀ ਛੋਟੀ ਅਮਾਊਂਟ ਉਹਨੂੰ ਆਪਾਂ ਪੈਟੀ ਕਹਿੰਦੇ ਆ। ਸੋ ਪੈਟੀ ਕੈਸ਼ ਬੁੱਕ ਜਾਂ ਪੈਟੀ ਸਬਸਿਡਰੀ ਬੁੱਕ ਉਹਨਾਂ ਆਰਗੇਨਾਈਜੇਸ਼ਨ 'ਚ ਬੇਸਿਕਲੀ ਮੇਨਟੇਨ ਹੁੰਦੀ ਹੈ ਜਿੱਥੇ ਬਹੁਤ ਸਮਾਲ ਅਮਾਊਂਟ ਦੀਆਂ ਪੇਮੈਂਟਸ ਹੁੰਦੀਆਂ ਨੇ ਡੇਲੀ ਬੇਸਿਸ ਦੇ ਉੱਤੇ। ਲਾਈਕ ਜਿਵੇਂ ਫॉर एग्जांपल पेमेंट ऑफ स्टेशनरी पोस्टेज ਟੈਲੀਗ੍ਰਾਮ कैरेज कार्टेज। सो बहुत छोटिया छोटिया पेमेंट्स बिजनेस ऑर्गेनाइजेशन बहुत छोटी छोटी पेमेंट्स करती है डेली बेसिस ਦੇ ਉੱਤੇ। ਹੁਣ ਅਗਰ ਆਪਾਂ ਮੇਨ ਆਪਣਾ ਜਿਹੜਾ ਕੈਸ਼ੀਅਰ ਆ ਉਹ ਅਗਰ ਉਹ ਛੋਟੀ ਛੋਟੀ ਪੇਮੈਂਟਸ ਡੇਲੀ ਬੇਸ ਤੇ ਕਰਨ ਲੱਗ ਗਿਆ ਤਾਂ ਉਹਦਾ ਟਾਈਮ ਵੇਸਟ ਹੁੰਦਾ। ਠੀਕ ਆ। ਸੋ ਹੈਡ ਕੈਸ਼ੀਅਰ ਕੀ ਕਰਦਾ ਇੱਕ ਕੈਸ਼ ਬੁੱਕ ਮੇਨਟੇਨ ਕਰਦਾ ਛੋਟੇ ਛੋਟੇ ਖਰਚਿਆਂ ਦੇ ਲਈ। ਠੀਕ ਆ। ਸੋ ਉਹਨੂੰ ਮੇਨਟੇਨ ਕਰਨ ਦਾ ਉਹਨੂੰ ਫਾਇਦਾ ਕੀ ਹੁੰਦਾ ਕਿ ਉਹਦਾ ਕੰਮ ਘੱਟ ਜਾਂਦਾ। ਹੈਡ ਕੈਸ਼ੀਅਰ ਨੂੰ ਬਾਰ-ਬਾਰ ਕੰਮ ਨਹੀਂ ਕਰਨਾ ਪੈਂਦਾ ਉਹ ਜਿਹੜਾ ਦੂਸਰੇ ਉਹਦੇ
सबऑर्ਡੀਨੇਟ EMPLOYEES ने उन्होंने कह दिंदा कि तुसीं मेरे बिहाफ दे उत्ते ये पैटी कैश बुक मेनटेन करनी है, ਜਿਹੜੇ भी छोटे छोटे खर्चे होणगे डेली बेसिस ਦੇ ਉੱਤੇ ਉਹ ਤੁਸੀਂ ਰਿਕਾਰਡ ਕਰਨੇ ਨੇ, ਠੀਕ ਆ। ਸੋ ਇਹ ਜਿਹੜੀ ਪੈਟੀ ਕੈਸ਼ ਬੁੱਕ ਆ ਬਹੁਤ ਸਮਾਲ ਅਮਾਉਂਟ ਦੇ ਐਕਸਪੈਂਸਸ ਨੂੰ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ। ਸੋ ਇਹਦੇ ਲਈ ਆਪਾਂ ਇੱਕ ਪਰਸਨ ਅਪਾਇੰਟ ਕਰ ਦਿੰਦੇ ਹਾਂ, ਇਟਸ ਕਾਲਡ ਪੈਟੀ ਕੈਸ਼ੀਅਰ, ਜਿਹਨੂੰ ਆਪਾਂ ਇਹ ਰਿਸਪੌਂਸਿਬਿਲਿਟੀ ਦੇ ਦਿੰਦੇ ਹਾਂ ਕਿ ਤੂੰ ਪੈਟੀ ਕੈਸ਼ ਬੁੱਕ ਨੂੰ ਮੇਨਟੇਨ ਕਰਨਾ ਆ, ਬਹੁਤ ਸਮਾਲ ਐਕਸਪੈਂਸਸ ਨੂੰ ਲਾਈਕ ਰਿਕਾਰਡ ਕਰਨ ਲਈ ਦੇ ਲਈ ਇਹ ਵੀਕਲੀ ਬੇਸਿਸ ਤੇ ਵੀ ਬਣ ਸਕਦੀ ਆ, ਫੋਰਟਨਾਈਟ ਬੇਸਿਸ ਮਤਲਬ 15 ਡੇਜ਼ ਬੇਸਿਸ ਤੇ ਵੀ ਬਣ ਸਕਦੀ ਆ, ਮੰਥਲੀ ਬੇਸਿਸ ਤੇ ਬਣ ਸਕਦੀ ਆ। ਐਂਡ ਇਹ ਬੇਸਿਕਲੀ ਆਪਾਂ ਪੈਟੀ ਕੈਸ਼ੀਅਰ ਨੂੰ ਰਾਈਟ ਦੇ ਦਿੰਦੇ ਆ ਕਿ ਤੂੰ ਆਪ ਹੀ ਪੇਮੈਂਟ ਕਰਨੀ ਆ, ਠੀਕ ਆ। ਤੈਨੂੰ ਅਸੀਂ ਇੰਨੀ ਅਮਾਊਂਟ ਐਡਵਾਂਸ ਦੇ ਵਿੱਚ ਦੇ ਦਿੰਦੇ ਆ, ਆਪ ਹੀ ਛੋਟੇ ਛੋਟੇ ਐਕਸਪੈਂਸਿਸ ਦੀ ਪੇਮੈਂਟ ਕਰਨੀ ਆ ਤੂੰ, ਸਾਡੇ ਕੋਲ ਬਾਰ-ਬਾਰ ਆਉਣ ਦੀ ਲੋੜ ਨਹੀਂ ਹੈਗੀ, ਹੈੱਡ ਕੈਸ਼ੀਅਰ ਕੋਲ ਬਾਰ-ਬਾਰ ਜਾਣ ਦੀ ਲੋੜ ਨਹੀਂ ਹੈਗੀ। ਹੈੱਡ ਕੈਸ਼ੀਅਰ ਹੀ ਪੈਟੀ ਕੈਸ਼ੀਅਰ ਨੂੰ ਇੱਕ ਰਿਸਪੌਂਸਿਬਿਲਿਟੀ ਦੇ ਦਿੰਦਾ ਕਿ ਇਹ ਐਡਵਾਂਸ ਦੇ ਵਿੱਚ ਪੇਮੈਂਟ ਲੈ ਲਓ, ਇਹ ਤੁਸੀਂ ਛੋਟੇ ਛੋਟੇ ਅਮਾਊਂਟ ਦੀ ਆਪੇ ਇਹਨਾਂ ਨੂੰ ਖਰਚਣਾ ਆ, ਇਹਨਾਂ ਨੂੰ ਕਵਰ ਅਪ ਕਰਨਾ ਖਰਚਿਆਂ ਨੂੰ, ਤੇ ਰਿਕਾਰਡ ਕਰਨਾ, ਤੇ ਰਿਕਾਰਡ ਕਰਨ ਤੋਂ ਬਾਅਦ ਆਫਟਰ ਮੰਥ ਆਫਟਰ ਵੀਕ ਸਾਨੂੰ ਬੈਲੈਂਸ ਦੱਸਣਾ ਕਿ ਇੰਨਾ ਮੇਰੇ ਕੋਲ ਕੈਸ਼ ਬਚ ਗਿਆ, ਇੰਨੇ ਮੈਂ ਐਕਸਪੈਂਸਿਸ ਇਹਦੇ ਨਾਲ ਕਵਰ ਕਰਕੇ ਦਿੱਤੇ, ਠੀਕ ਆ। ਸੋ ਇੱਕ ਸੈਪਰੇਟ ਤਰ੍ਹਾਂ ਦੀ ਛੋਟੇ ਛੋਟੇ ਅਮਾਊਂਟ ਦੇ ਖਰਚਿਆਂ ਨੂੰ ਰਿਕਾਰਡ ਕਰਨ ਦੀ ਇੱਕ ਬੁੱਕ ਆ ਪੈਟੀ ਕੈਸ਼ ਬੁੱਕ। ਸੋ ਪੈਟੀ ਕੈਸ਼ ਬੁੱਕ ਬੇਸਿਕਲੀ ਇਹਦੇ ਦੋ ਸਿਸਟਮ ਨੇ ਮੇਨਟੇਨ ਕਰਨ ਦੇ, ਇੱਕ ਤਾਂ ਹੈਗਾ ਇੰਪਰੈਸਡ ਸਿਸਟਮ, ਇੱਕ ਹੈਗਾ ਨਾਨ ਇੰਪਰੈਸਡ ਸਿਸਟਮ। ਸੋ ਇੰਪਰੈਸਡ ਸਿਸਟਮ ਦੇ ਵਿੱਚ ਕੀ ਆ ਕਿ ਇੰਪਰੈਸਡ ਸਿਸਟਮ ਆਪਾਂ ਨੂੰ ਕਹਿ ਰਿਹਾ ਕਿ ਜਿਹੜਾ ਹੈੱਡ ਕੈਸ਼ੀਅਰ ਆ ਉਹ ਪੈਟੀ ਕੈਸ਼ੀਅਰ ਨੂੰ ਇੱਕ ਅਥਾਰਟੀ ਦਿੰਦਾ ਕਿ ਖਰਚੇ ਤੂੰ ਆਪਣੇ ਬਿਹਾਫ ਤੇ ਕਰ ਦੇ, ਖਰਚੇ ਤੂੰ ਆਪਣੀ ਪਾਕਟ ਚੋਂ ਕਰ ਦੇ। ਲਾਈਕ ਪਹਿਲਾਂ ਐਡਵਾਂਸ ਦੇ ਵਿੱਚੋਂ ਕੋਈ ਪੇਮੈਂਟ ਨਹੀਂ ਦਿੰਦਾ ਹੈੱਡ ਕੈਸ਼ੀਅਰ, ਪੈਟੀ ਕੈਸ਼ੀਅਰ ਨੂੰ ਕੋਈ ਐਡਵਾਂਸ ਪੇਮੈਂਟ ਨਹੀਂ ਦਿੰਦਾ। ਪੈਟੀ ਕੈਸ਼ੀਅਰ ਨੂੰ ਕਿਹਾ ਜਾਂਦਾ ਕਿ ਆਪਣੀ ਪਾਕਟ ਦੇ ਵਿੱਚੋਂ ਖਰਚੇ ਕਰੋ ਤੇ ਬਾਅਦ ਵਿੱਚ ਜਿੰਨੇ ਖਰਚੇ ਕੀਤੇ ਆ ਉਹਦੀ ਰੀਇੰਬਰਸਮੈਂਟ ਕਰੂਗਾ ਹੈੱਡ ਕੈਸ਼ੀਅਰ। ਮੀਨਸ ਕਿ ਹੈੱਡ ਕੈਸ਼ੀਅਰ ਬਾਅਦ 'ਚ ਪੈਟੀ ਕੈਸ਼ੀਅਰ ਨੂੰ ਪੇਮੈਂਟ ਕਰ ਦੂਗਾ, ਬਟ ਫਸਟਲੀ ਇਨੀਸ਼ੀਅਲੀ ਜਿਹੜੀ ਪੇਮੈਂਟ ਆ ਛੋਟੇ ਛੋਟੇ ਖਰਚਿਆਂ ਦੀ ਉਹ ਪੈਟੀ ਕੈਸ਼ੀਅਰ ਨੂੰ ਆਪਣੀ ਪਾਕਟ ਚੋਂ ਕਰਨੀ ਪੈਣੀ। ਇਟਸ ਕਾਲਡ ਇੰਪਰੈਸਡ ਸਿਸਟਮ, means कि head cashier makes the reimbursement of amount spent by the petty cashier, ठीक है। क्लियर लिखा है कि head cashier reimburse करूगा amount spent by the petty cashier। petty cashier firstly अपनी पॉकेट ਦੇ ਵਿੱਚੋਂ ਖਰਚਾ ਕਰੂਗਾ ਛੋਟੇ ਛੋਟੇ ਅਮਾਉਂਟ ਦਾ, ਉਹਨਾਂ ਨੂੰ ਰਿਕਾਰਡ ਕਰੂਗਾ, ਰਿਕਾਰਡ ਕਰਨ ਤੋਂ ਬਾਅਦ ਜਿੰਨਾ ਵੀ ਖਰਚਾ ਹੋਊਗਾ ਉਹ ਹੈੱਡ ਕੈਸ਼ੀਅਰ ਤੋਂ ਉਹਦੀ ਪੇਮੈਂਟ ਆ ਉਹ ਰਿਸੀਵ ਕਰ ਲੂਗਾ। ਅਗਰ ਆਪਾਂ ਬਿਲਕੁਲ ਦੂਸਰੇ ਸਿਸਟਮ ਦੀ ਗੱਲ ਕਰੀਏ, ਨਾਨ ਇੰਪਰੈਸ ਸਿਸਟਮ, ਨਾਨ ਇੰਪਰੈਸ ਸਿਸਟਮ ਦੇ ਵਿੱਚ ਕੀ ਹੈ ਕਿ ਹੈੱਡ ਕੈਸ਼ੀਅਰ ਐਡਵਾਂਸ ਦੇ ਵਿੱਚ ਪੇਮੈਂਟ, ਐਡਵਾਂਸ ਦੇ ਵਿੱਚ ਕੈਸ਼ ਹੈਂਡਓਵਰ ਕਰ ਦਿੰਦਾ ਪੈਟੀ ਕੈਸ਼ੀਅਰ ਨੂੰ, ਠੀਕ ਆ। ਲਾਈਕ ਐਡਵਾਂਸ ਦੇ ਵਿੱਚ ਕੈਸ਼ ਹੈਂਡਓਵਰ ਕਰਨ ਦਾ ਮਤਲਬ ਕੀ ਹੈ ਕਿ ਪੈਟੀ ਕੈਸ਼ੀਅਰ ਆਪਣੀ ਪਾਕਟ ਦੇ ਵਿੱਚੋਂ ਖਰਚੇ ਨਹੀਂ ਕਰਦਾ, ਉਹਨੂੰ ਜਿੰਨਾ ਜਿਹੜਾ ਕੈਸ਼ ਹੈਂਡਓਵਰ ਕੀਤਾ ਹੁੰਦਾ ਹੈੱਡ ਕੈਸ਼ੀਅਰ ਨੇ ਉਹ ਉਸ ਅਮਾਊਂਟ ਉਸ ਕੈਸ਼ ਦੇ ਵਿੱਚੋਂ ਛੋਟੇ ਛੋਟੇ ਐਕਸਪੈਂਸਿਸ ਦੀ ਪੇਮੈਂਟ ਕਰਨੀ ਸਟਾਰਟ ਕਰ ਦਿੰਦਾ। ਤੇ ਆਫਟਰ ਦਾ ਪੀਰੀਅਡ, ਵੀਕਲੀ ਪੀਰੀਅਡ ਹੋ ਸਕਦਾ, ਮੰਥਲੀ ਪੀਰੀਅਡ ਹੋ ਸਕਦਾ, ਉਸ ਪੀਰੀਅਡ ਤੋਂ ਬਾਅਦ ਉਹਦੀ ਡਿਟੇਲ ਜਿਹੜੀ ਉਹਨੇ ਪੈਟੀ ਕੈਸ਼ ਬੁੱਕ ਦੇ ਵਿੱਚ ਜਿਹੜੇ ਐਕਸਪੈਂਸਿਸ ਰਿਕਾਰਡ ਕੀਤੇ ਹੁੰਦੇ ਆ ਉਹਦੀ ਪੇਮੈਂਟ ਦੀ ਡਿਟੇਲ ਉਹ ਦੱਸਦਾ ਕਿ ਇੰਨਾ ਤੁਸੀਂ ਮੈਨੂੰ ਕੈਸ਼ ਦਿੱਤਾ ਸੀਗਾ, ਠੀਕ ਆ, ਇੰਨਾ ਮੇਰੇ ਕੋਲ ਖਰਚੇ ਗਏ, ਇੰਨਾ ਤੁਹਾਡੇ ਕੋਲ ਬੈਲੈਂਸ ਬਚਿਆ ਹੋਇਆ ਦੇਖੋ, ਇੰਨੇ ਉਹ ਹੈਂਡਓਵਰ ਫਿਰ ਹੈੱਡ ਕੈਸ਼ੀਅਰ ਨੂੰ ਕਰ ਦਿੰਦਾ। ਸੋ ਦੋ ਤਰ੍ਹਾਂ ਦਾ ਸਿਸਟਮ ਫੋਲੋ ਹੁੰਦਾ, ਨਾਨ ਇੰਪਰੈਸ ਸਿਸਟਮ ਐਂਡ ਇੰਪਰੈਸ ਸਿਸਟਮ। ਇੰਪਰੈਸ ਸਿਸਟਮ ਦੇ ਵਿੱਚ ਪੈਟੀ ਕੈਸ਼ੀਅਰ ਆਪਣੀ ਪਾਕਟ ਦੇ ਵਿੱਚੋਂ ਖਰਚਾ ਕਰਦਾ ਇਨੀਸ਼ੀਅਲੀ, ਦੈਨ ਉਹਦੀ ਰੀਇੰਬਰਸਮੈਂਟ ਕੀਤੀ ਜਾਂਦੀ ਹੈ ਹੈੱਡ ਕੈਸ਼ੀਅਰ ਦੁਆਰਾ। ਸੈਕਿੰਡ ਨਾਨ ਇੰਪਰੈਸ ਸਿਸਟਮ ਜਿਹਦੇ ਵਿੱਚ ਹੈੱਡ ਕੈਸ਼ੀਅਰ ਐਡਵਾਂਸ ਦੇ ਵਿੱਚ ਕੈਸ਼ ਹੈਂਡਓਵਰ ਕਰ ਦਿੰਦਾ ਪੈਟੀ ਕੈਸ਼ੀਅਰ ਨੂੰ, ਐਂਡ ਪੈਟੀ ਕੈਸ਼ੀਅਰ ਉਸ ਹੈਂਡਓਵਰ ਕੈਸ਼ ਦੇ ਵਿੱਚੋਂ ਛੋਟੇ ਛੋਟੇ ਐਕਸਪੈਂਸਿਸ ਦੀ ਪੇਮੈਂਟ ਕਰਦਾ, ਠੀਕ ਆ। ਸੋ ਇਹ ਆਪਣਾ ਟੌਪਿਕ ਸੀਗਾ ਅੱਜ ਦਾ ਟ੍ਰਿਪਲ ਕਾਲਮ ਕੈਸ਼ ਬੁੱਕ। ਇੱਕ ਪ੍ਰੈਕਟੀਕਲ ਕੁਐਸਚਨ ਦੇਖਿਆ, ਕਾਂਟਰਾ ਐਂਟਰੀਜ਼ ਬਾਰੇ ਸਿੱਖਿਆ, ਐਂਡ ਆਪਾਂ ਪੈਟੀ ਕੈਸ਼ ਬੁੱਕ ਬਾਰੇ ਅੰਡਰਸਟੈਂਡਿੰਗ ਕੀਤਾ ਥੋੜਾ ਜਿਹਾ ਟੌਪਿਕ। So if you have any doubt, you can ask me on my WhatsApp number, you can mail me, you can call me at any time. So but it's your job to solve the questions, to revise the topic and again and again. If you have any doubt, you can ask at any time. Thank you very much.